ਹੈਲੋ एवरीवन। ਜਿਵੇਂ ਕਿ ਆਪਾਂ ਨੇ ਇੱਕ ਸੀਰੀਜ਼ ਸਟਾਰਟ ਕਰੀ ਹੋਈ ਹੈ ਜਿਹਦੇ ਵਿੱਚ ਆਪਾਂ ਪੰਜਾਬ ਪੁਲਿਸ ਕਾਂਸਟੇਬਲ PSSB ਐਗਜ਼ਾਮਸ ਦੇ ਵਿੱਚ ਆਏ ਹੋਏ ਜਿੰਨੇ ਵੀ ਸਾਇੰਸ ਦੇ PYQs ਨੇ ਆਪਾਂ ਉਹਨਾਂ ਨੂੰ ਡਿਸਕਸ ਕਰਾਂਗੇ। ਆਪਾਂ ਰੋਜ਼ ਇੱਕ PYQ ਚੱਕਾਂਗੇ ਤੇ ਉਹਦੇ ਵਿੱਚ ਜਿਹੜਾ ਇੱਕ ਪੂਰਾ ਇੰਪੋਰਟੈਂਟ ਉਹਦਾ ਕਨਸੈਪਟ ਰਹੇਗਾ ਉਹਨੂੰ ਡਿਸਕਸ ਕਰਾਂਗੇ। ਤੇ ਅੱਜ ਦਾ ਆਪਣਾ ਕੁਐਸਚਨ ਹੈਗਾ ਏ, what are the common symptoms of the vitamin deficiency disease pellagra। तो ਵਿਟਾਮਿਨਸ ਜੋ ਹੈ ਨਾ ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਰਹਿੰਦਾ ਹੈ ਪਹਿਲੀ ਗੱਲ ਤੇ। ਠੀਕ ਹੈ, ਇਹਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਵਿਟਾਮਿਨਸ ਕੋਈ ਦੇ ਦੇਣਗੇ, ਉਹਦਾ ਕੈਮੀਕਲ ਨੇਮ ਪੁੱਛ ਲੈਣਗੇ ਜਾਂ ਕਾਮਨ ਨੇਮ ਪੁੱਛ ਲੈਣਗੇ। ਠੀਕ ਹੈ, ਜਾਂ ਫਿਰ ਉਹਦੀ ਡੈਫੀਸ਼ੈਂਸੀ ਦੇ ਨਾਲ ਕਿਹੜੀ ਡਿਜ਼ੀਜ਼ ਹੋ ਜਾਂਦੀ ਹੈ ਇਹ ਪੁੱਛਿਆ ਜਾਂਦਾ ਹੈ। ਹੁਣ ਇੱਕ ਨਵਾਂ ਜੋ ਕਨਸੈਪਟ ਇਹਨਾਂ ਨੇ ਕੱਢ ਲਿਆ ਹੈ ਕਿ ਇਹ ਸਿੰਪਟਮਸ ਪੁੱਛਣ ਲੱਗ ਗਏ ਨੇ ਡਿਜ਼ੀਜ਼ ਦੇ। ਠੀਕ ਹੈ, ਜਿਵੇਂ ਕਿ ਪਲੈਗਰਾ ਜੋ ਡਿਜ਼ੀਜ਼ ਹੈਗੀ ਹੈ ਇਹ ਵਿਟਾਮਿਨ ਕਿਹੜੇ ਵਿਟਾਮਿਨ ਦੀ ਡੈਫੀਸ਼ੀਐਂਸੀ ਕਰਕੇ ਹੁੰਦੀ ਹੈ ਇਹ ਨਹੀਂ ਪੁੱਛਿਆ ਹੈਗਾ, ਸਗੋਂ ਇਹ ਪੁੱਛਿਆ ਕਿ ਇਸ ਡਿਜ਼ੀਜ਼ ਦੇ ਕੀ ਸਿੰਪਟਮਸ ਨੇ। ਠੀਕ ਹੈ, ਤੇ ਇਹ ਆਪਸ਼ਨਸ ਨੇ ਆਪਣੇ ਕੋਲ। ਤੇ ਹੁਣ ਆਪਾਂ ਡਿਸਕਸ ਕਰ ਲੈਂਦੇ ਆ ਪਲੈਗਰਾ ਡਿਜ਼ੀਜ਼ ਦੇ ਬਾਰੇ। ਜਿਹੜੀ ਪਲੈਗਰਾ ਡਿਜ਼ੀਜ਼ ਹੈਗੀ ਆ ਇਹ ਵਿਟਾਮਿਨ B3 ਦੀ ਡੈਫੀਸ਼ੀਐਂਸੀ ਕਰਕੇ ਹੁੰਦੀ ਹੈ। ਤੇ ਵਿਟਾਮਿਨ B3 ਦਾ ਜੋ ਕੈਮੀਕਲ ਨੇਮ ਹੈਗਾ ਹੈ ਉਹ ਹੈਗਾ ਨਿਆਸਿਨ। ਠੀਕ ਹੈ, ਇਹ ਵੀ ਯਾਦ ਰੱਖਣਾ ਹੈਗਾ ਹੈ। ਉਸ ਤੋਂ ਬਾਅਦ ਇਸ ਦੇ ਸਿੰਪਟਮਸ ਕੀ ਸੀਗੇ, ਇਹਦੇ 3 ਸਿੰਪਟਮਸ ਮੇਨਲੀ ਆਪਾਂ ਨੇ ਯਾਦ ਰੱਖਣੇ ਹੈ, ਡਰਮੇਟਾਈਟਿਸ, ਡਾਇਰੀਆ ਐਂਡ ਦਾ ਡਿਮੈਂਸ਼ੀਆ। ਡਰਮੇਟਾਈਟਿਸ ਯਾਨੀ ਕਿ ਜੋ ਸਕਿਨ ਦੇ ਵਿੱਚ ਜੋ ਰੈਸ਼ਸ ਵਗੈਰਾ ਆ ਜਾਂਦੇ ਨੇ ਉਹ, ਤੇ ਸੈਕਿੰਡ ਹੈਗਾ ਡਾਇਰੀਆ। ਠੀਕ ਹੈ, ਵਾਟਰੀ ਸਟੂਲ ਪਾਸ ਹੋਣਾ। ਤੇ ਥਰਡ ਹੈਗਾ ਡਿਮੈਂਸ਼ੀਆ ਯਾਨੀ ਕਿ ਡਿਪਰੈਸ਼ਨ, ਐਂਜ਼ਾਈਟੀ ਦੀ ਪ੍ਰੋਬਲਮ ਤੇ ਜੋ ਆਪਣੀ ਯਾਦਦਾਸ਼ਤ ਭੁੱਲ ਜਾਂਦੀ ਹੈ। ਠੀਕ ਹੈ, ਇਹ 3 ਸਿੰਪਟਮਸ ਨੇ। ਇਸ ਡਿਜ਼ੀਜ਼ ਦੇ ਵਿੱਚ D4 ਵੀ ਕਹਿ ਸਕਦੇ ਹਾਂ ਆਪਾਂ ਇਹਨਾਂ ਨੂੰ, ਜਾਂ ਫਿਰ D3 ਵੀ ਕਹਿ ਸਕਦੇ ਹਾਂ। D4 ਕਹਿੰਦੇ ਜਦੋਂ ਆਪਾਂ ਨੂੰ ਇਸ ਬਿਮਾਰੀ ਨੂੰ ਟ੍ਰੀਟ ਨਾ ਕਰੀਏ ਤਾਂ ਬੰਦੇ ਦੀ ਡੈਥ ਵੀ ਹੋ ਸਕਦੀ ਹੈ। ਠੀਕ ਹੈ, ਤੇ D3 ਸਿੰਪਟਮਸ ਇਹਦੇ ਯਾਦ ਰੱਖਣੇ ਨੇ, ਇਹ ਡਰਮੇਟਾਈਟਿਸ, ਡਾਇਰੀਆ ਐਂਡ ਡਿਮੈਂਸ਼ੀਆ। ਇਸ ਤੋਂ ਇਲਾਵਾ ਆਪਣੇ ਕੋਲ ਹੋਰ ਵੀ ਦੇ ਸਿੰਪਟਮਸ ਦਿੱਤੇ ਗਏ ਨੇ ਇਸ ਡਿਜ਼ੀਜ਼ ਦੇ, ਉਹ ਦੇਖ ਲੈਂਦੇ ਹਾਂ। ਠੀਕ ਹੈ, ਲੋਸ ਆਫ ਐਪੀਟਾਈਟ, ਭੁੱਖ ਨਾ ਲੱਗਣਾ, ਫਟੀਗ। ਠੀਕ ਹੈ, ਨੋਸੀਆ, ਵੋਮਿਟਿੰਗ, ਨਿਊਰੋਲੋਜੀਕਲ ਇਸ਼ੂਜ਼ ਹੋ ਜਾਂਦੇ ਨੇ, ਕਨਫਿਊਜ਼ਨ ਹੋ ਜਾਂਦੀ ਹੈ ਜਿਵੇਂ ਆਪਾਂ ਆਪਸ਼ਨਸ ਦੇ ਵਿੱਚ ਦੇਖਿਆ ਸੀਗਾ ਕਨਫਿਊਜ਼ਨ। ਠੀਕ ਹੈ, ਇਨਸੋਮਨੀਆ, ਨੀਂਦ ਨਾ ਆਉਣਾ ਰਾਤ ਨੂੰ। ਠੀਕ ਹੈ, ਸਲੀਪਿੰਗ ਪ੍ਰੋਬਲਮ। ਤੇ ਇਹ ਸਾਰੇ ਪ੍ਰੋਬਲਮਸ ਵੀ ਆਪਾਂ ਨੇ ਸਿੰਪਟਮਸ ਜੋ ਹੈ ਉਹ ਯਾਦ ਰੱਖਣੇ ਨੇ। ਦੈਨ ਉਸ ਤੋਂ ਬਾਅਦ ਆਪਣੇ ਕੋਲ ਆਉਂਦੇ ਆ ਕਿ ਡੈਫੀਸ਼ੀਐਂਸੀ ਸਿੰਪਟਮਸ ਆਪਾਂ ਨੇ ਦੇਖ ਲਏ ਕਿ ਕਿਹੜੇ ਕਿਹੜੇ ਫੂਡਸ ਦੇ ਵਿੱਚ ਜੋ ਹੈ ਵਿਟਾਮਿਨ B3 ਪਾਇਆ ਜਾਂਦਾ ਹੈ। ਸੋਰਸਿਸ ਕੀ ਨੇ, ਠੀਕ ਹੈ, ਮਸ਼ਰੂਮ ਹੋ ਗਿਆ, ਨਟਸ ਹੋ ਗਏ, ਲੀਵਰ ਹੋ ਗਿਆ, ਐਵੋਕਾਡੋ ਹੋ ਗਿਆ। ਠੀਕ ਹੈ, ਦੈਨ ਆਪਣੇ ਕੋਲ ਫਿਸ਼। ਇਹ ਸਾਰੇ ਜੋ ਆਪਾਂ ਸੋਰਸਿਸ ਉਹ ਇਹਨਾਂ ਤੋਂ ਆਪਾਂ ਨੂੰ ਵਿਟਾਮਿਨ B3 ਮਿਲਦਾ ਹੈ। ਠੀਕ ਹੈ, ਦੈਨ ਉਸ ਤੋਂ ਬਾਅਦ ਆਉਂਦੇ ਆਪਣੇ ਕੋਲ ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਮੇਨ ਵਿਟਾਮਿਨਸ ਦਾ ਟੌਪਿਕ, ਜੋ ਕਿ ਮੇਨ ਹੈ, ਜੋ ਯਾਦ ਰੱਖਣਾ ਹੈ। ਸਭ ਤੋਂ ਪਹਿਲਾਂ ਯਾਦ ਰੱਖਣਾ ਹੈ ਕਿ ਵਿਟਾਮਿਨਸ ਜੋ ਵਾਟਰ ਸੋਲੇਬਲ ਕਿਹੜੇ ਨੇ ਤੇ ਫੈਟ ਸੋਲੇਬਲ ਕਿਹੜੇ ਨੇ। ਠੀਕ ਹੈ, ਇਹ ਯਾਦ ਰੱਖਣਾ ਹੈ ADEK ਤੋਂ, ਜਾਂ ਫਿਰ BC ਅਲੱਗ ਕੱਢ ਲਿਓ ਜਾਂ ADEK ਅਲੱਗ ਯਾਦ ਰੱਖ ਲਿਓ। ਠੀਕ ਹੈ, ਤੇ ਵਾਟਰ ਸੋਲੇਬਲ ਯਾਦ ਰੱਖ ਲਿਓ ਕਿ B ਔਰ C ਹੁੰਦੇ ਨੇ, ਵਿਟਾਮਿਨ B ਔਰ ਵਿਟਾਮਿਨ C। ਠੀਕ ਹੈ, ਫੈਟ ਸੋਲੇਬਲ ਹੋ ਗਏ ਵਿਟਾਮਿਨ ADEK। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਲੱਗਦਾ ਆਪਾਂ ਨੂੰ ਈਜ਼ੀ ਹੈ ਕਿ ਯਾਦ ਰਹੇਗਾ, ਬਟ ਇਹਨੂੰ 2-3 ਵਾਰ ਨਾ ਲਿਖ ਕੇ ਦੇਖ ਲਿਓ ਤਾਂ ਕਿ ਆਪਾਂ ਉਹ ਭੁੱਲੀਏ ਨਾ। ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਕੈਮੀਕਲ ਨੇਮ। ਠੀਕ ਹੈ, ਇਹਨਾਂ ਦੇ ਹੁਣ ਆਪਾਂ ਨੇ ਕੈਮੀਕਲ ਨੇਮ ਵੀ ਯਾਦ ਰੱਖਣੇ ਨੇ। ਜਿਵੇਂ ਕਿ ਵਿਟਾਮਿਨ A ਹੋ ਗਿਆ ਰੈਟੀਨੋਲ। ਵਿਟਾਮਿਨ A ਆਪਾਂ ਨੇ ਬਹੁਤ ਸੁਣਿਆ ਕਿ ਆਪਣੀ ਅੱਖਾਂ ਵਾਸਤੇ ਜੋ ਹੈ ਸਹੀ ਹੁੰਦਾ ਹੈ ਨਾ। ਇਹਦਾ ਨੇਮ ਯਾਦ ਰੱਖਣਾ ਹੈ ਰੈਟੀਨੋਲ। ਰੈਟੀਨੋਲ 2-3 ਵਾਰ ਬੋਲੋ ਤੇ 2-3 ਵਾਰ ਲਿਖ ਕੇ ਦੇਖ ਲਓ, ਯਾਦ ਹੋ ਜਾਏਗਾ। ਦੈਨ ਉਸ ਤੋਂ ਬਾਅਦ ਇਹਦੀ ਡੈਫੀਸ਼ੀਐਂਸੀ ਦੇ ਨਾਲ ਕੀ ਹੋਏਗਾ, ਅੱਖਾਂ ਦੇ ਲਈ ਸਹੀ ਹੁੰਦਾ ਹੈ ਤਾਂ ਕਿਆ ਹੋਏਗਾ, ਆਪਣੀ ਜੋ ਹੈ ਨਿਗਾਹ ਹੀ ਘਟੇਗੀ, ਹੈ ਨਾ, ਤਾਂ ਨਾਈਟ ਬਲਾਈਂਡਨੈਸ ਹੋ ਜਾਏਗੀ। ਬਲਾਈਂਡਨੈਸ ਤੋਂ ਪਤਾ ਲੱਗ ਜਾਏਗਾ ਆਪਾਂ ਨੂੰ ਦੇਖ ਕੇ ਕਿ ਇਹ ਅੱਖਾਂ ਦੇ ਨਾਲ ਰਿਲੇਟਡ ਡਿਜ਼ੀਜ਼ ਹੈਗੀ ਆ, ਹੈ ਨਾ। ਇਸ ਕਰਕੇ ਵਿਟਾਮਿਨ A ਯਾਦ ਰਹੇਗਾ ਆਪਾਂ ਨੂੰ। ਉਸ ਤੋਂ ਬਾਅਦ ਹੈ ਵਿਟਾਮਿਨ B1 ਥਾਇਆਮੀਨ। ਠੀਕ ਹੈ, ਇਹਦੀ ਬੇਰੀ ਵਾਲਾ ਜੋ ਹੈ ਇਹਨੂੰ ਯਾਦ ਰੱਖਣੀ ਹੈ, ਬਹੁਤ ਹੀ ਇੰਪੋਰਟੈਂਟ ਹੈਗਾ ਹੈ ਆਪਣੇ ਕੋਲ। ਠੀਕ ਹੈ, ਇਸ ਤੋਂ ਬਾਅਦ ਆਉਂਦਾ ਹੈ ਆਪਣੇ ਕੋਲ ਵਿਟਾਮਿਨ B2 ਰਾਈਬੋਫਲੇਵਿਨ। ਠੀਕ ਹੈ, ਤੇ ਡੈਫੀਸ਼ੀਐਂਸੀ ਡਿਜ਼ੀਜ਼ ਹੈਗੀ ਆਪਣੇ ਕੋਲ ਐਰੀਬੋਫਲੈਵਿਨੋਸਿਸ। ਠੀਕ ਹੈ, ਵਿਟਾਮਿਨ B3 ਆਪਾਂ ਨੇ ਪੜ੍ਹ ਲਿਆ, ਕੈਮੀਕਲ नेम नियासिन, और डेफिशिएंसी डिजीज पेलेग्रा। विटामिन B5 पेंटोथेनिक एसिड और पारेथेसिया। देन विटामिन B6 पैराडॉक्सिन और अनीमिया खून की कमी। विटामिन B7 बायोटीन।
ठीक है, डर्मेटाइटिस एंड एंट्रेटाइटिस। देन विटामिन B9 फोलिक एसिड, मेगालोब्लास्टिक अनीमिया, विटामिन B12 कोबालामीन अनीमिया, then vitamin C, very important, ascorbic acid or scurvy. Vitamin D also very important, calciferol and rickets. Then vitamin E, tocopherol, neurological problems. Then vitamin K, phyloquinine, bleeding disorders. ठीक है, ਇਹ ਜੋ ਟੇਬਲ ਹੈ ਇਹਨੂੰ ਤੁਸੀਂ ਲਿਖ ਕੇ ਰੱਖ ਲਿਓ ਤੇ ਇਹਨੂੰ 2-3 ਵਾਰ ਪੜ੍ਹ ਲਿਓ, ਵੈਰੀ ਇੰਪੋਰਟੈਂਟ ਹੈ। ਇਸ ਤੋਂ ਇਲਾਵਾ ਤੁਸੀਂ ਇਹ ਪੂਰਾ ਚਾਰਟ ਜੋ ਦੇਖ ਰਹੇ ਹੋ ਇਹ ਵੀ ਯਾਦ ਕਰਨਾ ਹੈ, ਠੀਕ ਹੈ। ਕੈਮੀਕਲ ਨੇਮ, ਡੈਫੀਸ਼ੀਐਂਸੀ ਡਿਸੀਜ਼ ਹੋ ਗਈਆਂ ਯਾਦ। ਦੈਨ ਉਸ ਤੋਂ ਬਾਅਦ ਆਉਂਦੇ ਆ ਕਿ ਵਿਟਾਮਿਨ ਏ ਦਾ ਆਪਣੀ ਬੋਡੀ ਦੇ ਵਿੱਚ ਕਿਆ ਕੰਮ ਹੈ ਔਰ ਇਹਦੇ ਸਿੰਪਟਮਸ, ਕਿਉਂਕਿ ਸਿੰਪਟਮਸ ਆਪਾਂ ਨੇ ਪੁੱਛ ਲਏ ਗਏ ਆ ਡਿਜ਼ੀਜ਼ ਦੇ, ਠੀਕ ਹੈ। ਇਸ ਕਰਕੇ ਸਿੰਪਟਮਸ ਵੀ ਯਾਦ ਕਰਨੇ ਪੈਣੇ ਨੇ। ਅਤੇ ਵਿਟਾਮਿਨ ਏ ਜਿਵੇਂ ਕਿ ਹੋ ਗਿਆ, ਠੀਕ ਹੈ, ਇਹ ਅੱਖਾਂ ਵਾਸਤੇ ਇੰਪੋਰਟੈਂਟ ਹੈ। ਇਹਦਾ ਕੰਮ ਕੀ ਹੈ, ਅੱਖਾਂ ਵਾਸਤੇ। ਅਤੇ ਇਹਦਾ ਹੈਗਾ ਇਮਿਊਨਿਟੀ, ਰਿਪਰੋਡਕਸ਼ਨ ਐਂਡ ਗਰੋਥ, ਮੇਨ ਵਿਜ਼ਨ ਵਾਸਤੇ ਹੀ ਹੈ, ਉਹ ਯਾਦ ਰੱਖਣਾ ਹੈ। ਔਰ ਡੈਫੀਸ਼ੀਐਂਸੀ ਡਿਫੈਕਟਸ ਜੋ ਮਤਲਬ ਕਿ ਸਿੰਪਟਮਸ ਜੋ ਕੀ ਨੇ, ਬਲਾਈਂਡਨੈਸ ਹੋ ਸਕਦੀ ਹੈ, ਠੀਕ ਹੈ, ਇਨਫੈਕਸ਼ਨਸ ਵਗੈਰਾ ਹੋ ਸਕਦੀਆਂ ਹੈ। ਦੈਨ ਉਸ ਤੋਂ ਬਾਅਦ ਅਤੇ ਇਹ ਸੋਰਸਿਸ ਯਾਦ ਰੱਖਣੇ ਨੇ। ਦੈਨ ਉਸ ਤੋਂ ਬਾਅਦ ਹੈ ਆਪਣੇ ਕੋਲ ਵਿਟਾਮਿਨ ਡੀ, ਜਿਹੜਾ ਕਿ ਆਪਾਂ ਨੂੰ ਧੁੱਪ ਤੋਂ ਮਿਲਦਾ ਹੈ, ਠੀਕ ਹੈ, ਹੱਡੀਆਂ ਜੋ ਮਜ਼ਬੂਤ ਕਰਦਾ ਹੈ ਆਪਣੀਆਂ, ਅਤੇ ਐਬਜ਼ੋਰਬ ਕਰਦਾ ਹੈ ਕੈਲਸ਼ੀਅਮ ਨੂੰ। ਇਹ ਜੋ ਲਾਈਨ ਹੈ ਇਹ ਯਾਦ ਰੱਖਣੀ ਕਿ ਐਬਜ਼ੋਰਪਸ਼ਨ ਆਫ ਕੈਲਸ਼ੀਅਮ ਸਿਰਫ ਕਿਹਦੀ ਵਜ੍ਹਾ ਕਰਕੇ ਹੁੰਦਾ ਹੈ, ਵਿਟਾਮਿਨ ਡੀ ਦੀ ਵਜ੍ਹਾ ਕਰਕੇ, ਜਿਹੜਾ ਕਿ ਆਪਾਂ ਨੂੰ ਧੁੱਪ ਤੋਂ ਮਿਲਦਾ ਹੈ, ਠੀਕ ਹੈ। ਡਿਫੈਕਟਸ ਕਿਹੜੇ ਹੋ ਜਾਂਦੇ ਨੇ, ਰਿਕਟਸ ਹੋ ਜਾਂਦਾ ਹੈ। ਓਸਟੀਓਮਲੇਸ਼ੀਆ, ਇਹ ਵੀ ਯਾਦ ਰੱਖਿਓ। ਅਤੇ ਇਹਦੇ ਕੈਲਸ਼ੀਅਮ ਇੰਬੈਲੈਂਸ ਹੋ ਜਾਂਦਾ ਹੈ, ਠੀਕ ਹੈ, ਅਗਰ ਆਪਾਂ ਵਿਟਾਮਿਨ ਡੀ ਆਪਾਂ ਦੇ ਅੰਦਰ ਡੈਫੀਸ਼ੀਐਂਸੀ ਹੋਏ। ਇਹ ਸਨਲਾਈਟ ਤੋਂ ਮਿਲਦਾ ਹੈ। ਦੈਨ ਉਸ ਤੋਂ ਬਾਅਦ ਹੈ ਵਿਟਾਮਿਨ ਈ, ਇਹ ਇੱਕ ਐਂਟੀਆਕਸੀਡੈਂਟ ਹੈ। ਦੈਨ ਇਹ ਜੋ ਹੈ ਰੈੱਡ, ਇਹ ਇੰਪੋਰਟੈਂਟ ਨਹੀਂ ਹੈ ਯਾਦ ਰੱਖਣਾ, ਠੀਕ ਹੈ। ਬਸ ਇੰਨਾ ਯਾਦ ਰੱਖੋ ਕਿ ਇਹ ਬਲੱਡ ਕਲੌਟਿੰਗ ਦੇ ਵਿੱਚ ਹੈਲਪ ਕਰਦਾ ਹੈ ਵਿਟਾਮਿਨ ਈ, ਠੀਕ ਹੈ। ਦੈਨ ਹੈ ਵਿਟਾਮਿਨ ਕੇ, ਇਹ ਵੀ ਇੱਕ ਬਲੱਡ ਕਲੌਟਿੰਗ ਦੇ ਵਿੱਚ ਹੈਲਪ ਕਰਦਾ ਹੈ, ਇਹ ਯਾਦ ਰੱਖਣਾ ਹੈ। ਬਾਕੀ ਕੁਛ ਇੰਪੋਰਟੈਂਟ ਨਹੀਂ ਹੈਗਾ ਇਹਦੇ 'ਚ। ਦੈਨ ਹੈ ਵਿਟਾਮਿਨ B1, ਐਨਰਜੀ ਮੈਟਾਬੋਲਿਜ਼ਮ। B1 ਦੀ ਡਿਜ਼ੀਜ਼ ਯਾਦ ਰੱਖਣੀ ਹੈ, ਠੀਕ ਹੈ। ਅੱਗੇ ਇਹ ਵੀ ਨੇ ਆਪਣੇ ਕੋਲ ਬਾਕੀ ਸਾਰੇ ਜਿਹੜੇ ਵਿਟਾਮਿਨਸ ਨੇ ਉਹਨਾਂ ਦੇ ਡੈਫੀਸ਼ੀਐਂਸੀ ਡਿਫੈਕਟਸ ਵਗੈਰਾ ਦੇਖ ਲਿਓ, ਠੀਕ ਹੈ। ਵੈਸੇ ਇਹ ਜ਼ਿਆਦਾ ਮੇਨ ਆਪਣੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਉਹੀ ਯਾਦ ਰੱਖ ਲਿਓ। ਵਿਟਾਮਿਨ ਏ ਹੋ ਗਿਆ, ਵਿਟਾਮਿਨ B1 ਹੋ ਗਿਆ, ਵਿਟਾਮਿਨ B3 ਹੋ ਗਿਆ। ਦੈਨ ਉਸ ਤੋਂ ਬਾਅਦ ਆਪਣਾ ਵਿਟਾਮਿਨ ਸੀ ਹੋ ਗਿਆ, ਵਿਟਾਮਿਨ ਈ ਔਰ ਵਿਟਾਮਿਨ ਕੇ, ਵਿਟਾਮਿਨ ਡੀ। ਬਸ ਇਹਨਾਂ ਦੇ ਜੋ ਮੇਨ ਸੀਗੀ ਨਾ ਚੀਜ਼, ਕੈਮੀਕਲ ਨੇਮ ਔਰ ਡੈਫੀਸ਼ੀਐਂਸੀ ਡਿਜ਼ੀਜ਼, ਬਸ ਇੰਨਾ ਹੀ ਯਾਦ ਰੱਖਣਾ ਹੈ, ਕਿਉਂਕਿ ਹੁਣ ਆਪਣੇ ਕੋਲ ਇੰਨਾ ਜ਼ਿਆਦਾ ਟਾਈਮ ਬਚਿਆ ਨਹੀਂ ਹੈਗਾ ਪੇਪਰ ਵਾਸਤੇ ਕਿ ਆਪਾਂ ਸਾਰਾ ਕੁਛ ਪੜ੍ਹਦੇ ਫਿਰੀਏ, ਹੈ ਨਾ। ਮੇਨ ਚੀਜ਼ਾਂ ਯਾਦ ਰੱਖੋ, ਇੰਨਾ ਬਹੁਤ ਰਹੇਗਾ, ਠੀਕ ਹੈ।